ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਚੱਲ ਰਹੀ ਲੜੀਵਾਰ ਕਥਾ ਵਿਚਾਰ ਪਾਵਨ ਅੰਗ 391 ਤੇ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਪਰਮੇਸ਼ਰ ਵਿੱਚ ਪ੍ਰੀਤੀ ਕਰਨ ਦਾ ਫਲ ਦੱਸਦੇ ਹੋਏ ਫਰਮਾਉਂਦੇ ਹਨ। ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨ ਕੋਇ। ਹੇ ਭਾਈ, ਪ੍ਰਭੂ ਪਰਮੇਸ਼ਰ ਦੀ ਪ੍ਰੀਤੀ ਕਰਕੇ ਹਮੇਸ਼ਾ ਰਹਿਣ ਵਾਲਾ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਪ੍ਰਭੂ ਦੀ ਜੰਮਣ ਮਰਨ ਆਦਿਕ ਦਾ ਕੋਈ ਵੀ ਦੁੱਖ ਕਸ਼ਟ ਨਹੀਂ ਲੱਗਦਾ। ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ, ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ। ਪ੍ਰਭੂ ਪਰਮੇਸ਼ਵਰ ਵਾਹਿਗੁਰੂ ਜੀ ਦੀ ਪ੍ਰੀਤੀ ਕਰਕੇ ਜਨਮਾਂ ਜਨਮਾਤਰਾਂ ਦੀ ਲੱਗੀ ਹੋਈ ਹੰਗਤਾ ਮਮਤਾ ਦੀ ਮੈਲ ਖੋਈ ਜਾਂਦੀ ਆ, ਨਾਸ ਹੋ ਜਾਂਦੀ ਆ। ਪ੍ਰਭੂ ਪਰਮੇਸ਼ਰ ਦੀ ਪ੍ਰੀਤੀ ਕਰਕੇ ਹਿਰਦਾ ਅਸਤ ਜੜ ਦੁੱਖ ਰੂਪ ਮਾਇਆ ਦੀ ਮੈਲ ਤੋਂ ਰਹਿਤ ਹਮੇਸ਼ਾ ਨਿਰਮਲ ਸ਼ੁੱਧ ਹੋ ਜਾਂਦਾ ਹੈ। ਸੁਨਹੁ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਨ ਘਟ ਘਟ ਆਧਾਰ ਰਹਾਉ। ਹੇ ਮੀਤ ਸੱਜਣ ਜਨੋ, ਸੁਣਨਾ ਕਰੋ ਪਿਆਰੇ ਪਰਮੇਸ਼ਰ ਨਾਲ ਅਜਿਹਾ ਪ੍ਰੇਮ ਕਰਨਾ ਕਰੋ। ਮਨ ਕਰਕੇ ਪ੍ਰੇਮ ਕਰੋ ਤੇ ਬਾਣੀ ਸਰੀਰ ਕਰਕੇ ਪਿਆਰ ਕਰੋ। ਜੋ ਜੀਵਾਂ ਦੇ ਪ੍ਰਾਨ ਸਵਾਸਾਂ ਤੇ ਘਟਾਂ ਘਟਾਂ ਦਾ ਆਧਾਰ ਆਸਰਾ ਰੂਪ ਹੈ, ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਪ੍ਰਭ ਕੀ ਪ੍ਰੀਤ ਭਏ ਸਗਲ ਨਿਧਾਨ, ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ। ਪ੍ਰਭੂ ਪਰਮੇਸ਼ਰ ਦੀ ਪ੍ਰੀਤੀ ਕਰਕੇ ਸੰਤ ਜਨਾਂ ਨੂੰ ਸਾਰੇ ਨਿਧਾਨ ਖਜ਼ਾਨੇ ਪ੍ਰਾਪਤ ਹੋਏ ਹਨ। ਪਰਮੇਸ਼ਰ ਦੀ ਪ੍ਰੀਤੀ ਕਰਕੇ ਹਿਰਦੇ ਨੂੰ ਨਿਰਮਲ ਉਜਲ ਕਰਨ ਵਾਲਾ ਨਾਮ ਪ੍ਰਾਪਤ ਹੁੰਦਾ ਹੈ। ਪ੍ਰਭ ਕੀ ਪ੍ਰੀਤ ਸਦ ਸੋਭਾਵੰਤ, ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ। ਪ੍ਰਭੂ ਪਰਮੇਸ਼ਰ ਦੀ ਪ੍ਰੀਤੀ ਕਰਕੇ ਸੰਤ ਜਨ ਲੋਕ ਪਰਲੋਕ ਵਿੱਚ ਹਮੇਸ਼ਾ ਹੀ ਸ਼ੋਭਾ ਵਾਲੇ ਹੁੰਦੇ ਹਨ। ਪ੍ਰਭੂ ਪਰਮੇਸ਼ਰ ਦੀ ਪ੍ਰੀਤੀ ਕਰਕੇ ਸਾਰੀ ਚਿੰਤਾ ਸੋਚ ਮਿਟ ਜਾਂਦੀ ਹੈ। ਪ੍ਰਭ ਕੀ ਪ੍ਰੀਤ ਇਹੋ ਭਵ ਜਲ ਤਰੈ, ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ। ਪ੍ਰਭੂ ਪਰਮੇਸ਼ਰ ਦੀ ਪ੍ਰੀਤੀ ਕਰਕੇ ਇਹ ਜੀਵ ਭਵ ਜਲ ਸੰਸਾਰ ਤੋਂ ਤਰ ਜਾਂਦਾ ਹੈ। ਪ੍ਰਭੂ ਪਰਮੇਸ਼ਰ ਦੀ ਪ੍ਰੀਤੀ ਕਰਕੇ ਜੀਵ ਜਮਦੂਤਾਂ ਤੋਂ ਡਰਦਾ ਨਹੀਂ ਹੈ। ਪ੍ਰਭ ਕੀ ਪ੍ਰੀਤ ਸਗਲ ਉਧਾਰੈ, ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ। ਪਰਮੇਸ਼ਰ ਦੀ ਪ੍ਰੀਤੀ ਬ੍ਰਹਮਚਾਰੀ ਗ੍ਰਸਤੀ ਸੰਨਿਆਸੀ ਬਾਨਪ੍ਰਸਤੀ ਖੱਤਰੀ ਬ੍ਰਾਹਮਣ ਵੈ ਸ਼ੂਦਰ ਆਦਿ ਸਾਰਿਆਂ ਨੂੰ ਸੰਸਾਰ ਵਿੱਚੋਂ ਉਧਾਰਦੀ ਹੈ। ਪਰਮੇਸ਼ਰ ਦੀ ਪ੍ਰੀਤੀ ਜੀਵ ਦੇ ਸਾਥ ਹੀ ਲੋਕ ਪਰਲੋਕ ਵਿੱਚ ਚੱਲਦੀ ਹੈ। ਆਪੋ ਕੋਈ ਮਿਲੈ ਨ ਭੂਲੈ, ਜਿਸ ਕਿਰਪਾਲ ਤਿਸ ਭੂਲੈ। ਹੇ ਭਾਈ, ਆਪਣੇ ਆਪ ਕੋਈ ਵੀ ਸਤ ਸੰਗਤ ਜਾਂ ਪਰਮੇਸ਼ਰ ਨਾਲ ਮਿਲ ਨਹੀਂ ਸਕਦਾ ਤੇ ਨਾ ਹੀ ਕੋਈ ਭੁੱਲਿਆ ਹੋਇਆ ਹੈ। ਜਿਸ ਉੱਪਰ ਪਰਮੇਸ਼ਰ ਕਿਰਪਾਲੂ ਹੁੰਦਾ ਹੈ, ਉਸ ਨੂੰ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਘੂਲੈ ਕੀਏ ਮੇਲਦਾ ਹੈ। ਸਾਧ ਸੰਗਤ ਦੁਆਰਾ ਆਪਣੇ ਸਰੂਪ ਵਿੱਚ ਮਿਲਾਉਂਦਾ ਹੈ। ਕਹੋ ਨਾਨਕ ਤੇਰਾ ਕੁਰਬਾਨ, ਸੰਤ ਓਟ ਪ੍ਰਭ ਤੇਰਾ ਤਾਣ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਅਸੀਂ ਤੁਹਾਡੇ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਹੇ ਪ੍ਰਭੂ ਪਰਮੇਸ਼ਰ, ਸੰਤ ਜਨਾਂ ਨੂੰ ਸਰੀਰ ਕਰਕੇ ਜਾਂ ਇਸ ਲੋਕ ਵਿੱਚ ਤੁਹਾਡੀ ਓਟ ਟੇਕ ਹੈ ਅਤੇ ਮਨ ਕਰਕੇ ਜਾਂ ਪਰਲੋਕ ਵਿੱਚ ਤੁਹਾਡਾ ਹੀ ਤਾਣ ਕੀਏ ਬਲ ਹੈ। ਆਸਾ ਮਹੱਲਾ ਪੰਜਵਾ। ਜਿਸ ਵੇਲੇ ਪੱਟੀ ਵਾਲਾ ਰਾਜਾ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ, ਜਿਸ ਨੇ ਆਪਣੀ ਲੜਕੀ ਪਿੰਗਲੇ ਨਾਲ ਵਿਆਹ ਦਿੱਤੀ ਸੀ ਤੇ ਆਪਣੀ ਰਾਜ ਵਿਭੂਤੀ ਦਾ ਬੜਾ ਹੰਕਾਰ ਕਰਦਾ ਸੀ, ਉਸ ਦੇ ਪਰਥਾਏ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ।
ਭੂਪਤ ਹੋਏ ਕੈ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ। ਹੇ ਰਾਜਨ, ਤੂੰ ਭੂਪਤ ਪ੍ਰਿਥਵੀ ਦਾ ਪਤੀ ਭਾਵ ਮਾਲਕ ਹੋ ਕਰਕੇ ਰਾਜ ਭਾਗ ਕਮਾਉਣਾ ਕਰਦਾ ਹੈ ਤੇ ਅਨਰਥ ਕੀਏ ਪਾਪ ਕਰਮ ਕਰ ਕਰਕੇ ਮਾਇਆ ਦੌਲਤ ਵਿਭੂਤੀ ਆਦ ਇਕੱਤਰ ਕਰਦਾ ਹੈ। ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕਉ ਦੀਨੀ। ਇਕੱਠੀ ਕਰਦਿਆਂ ਕਰਦਿਆਂ ਜਦੋਂ ਥੈਲੀ ਗੁਥਲੀ ਭਰ ਲੈਣਾ ਕੀਤੀ, ਤਦੋਂ ਪ੍ਰਭੂ ਪਰਮੇਸ਼ਰ ਨੇ ਡਾਰ ਕਹੀਏ ਛੁਡਾ ਕੇ ਕਿਸੇ ਹੋਰ ਨੂੰ ਮਾਲਕ ਬਣਾ ਦਿੱਤਾ। ਕਾਚ ਗਗਰੀਆ ਅੰਬ ਮਝਰੀਆ, ਗਰਭ ਗਰਭ ਉਆਹੂ ਮਹਿ ਪਰੀਆ ਰਹਾਉ। ਇਹ ਦੇਹ ਰੂਪੀ ਕੱਚੀ ਗਗਰੀਆ ਗਾਗਰ, ਕਾਲ ਰੂਪੀ ਅੰਬ ਹੁੰਦਾ ਪਾਣੀ ਦੇ ਮਝਰੀਆ ਵਿੱਚ ਪਈ ਹੋਈ ਆ। ਜਿਵੇਂ ਕੱਚੀ ਗਾਗਰ ਘੜਾ ਪਾਣੀ ਵਿੱਚ ਗਲ ਜਾਂਦੀ ਆ, ਇਉਂ ਇਹ ਦੇਹੀ ਜੋ ਪਦਾਰਥਾਂ ਸਵਾਸਾਂ ਰੂਪੀ ਪਾਣੀ ਨਾਲ ਭਰੀ ਹੋਈ ਆ, ਇਹ ਵੀ ਖੁਰ ਜਾਣੀ ਹੈ। ਪਰੰਤੂ ਜੀਵ ਇਸ ਕੱਚੀ ਦੇਹ ਦਾ ਗਰਭ ਹੰਕਾਰ ਕਰਕੇ, ਆਪਣੇ ਗੁਣਾਂ ਦਾ ਹੰਕਾਰ ਕਰਕੇ ਉਸ ਦੇ ਪਾਲਣ ਪੋਸ਼ਣ ਵਿੱਚ ਹੀ ਪਰਿਆ ਪੈ ਰਿਹਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਨਿਰਭਉ ਹੋਇਓ ਭਇਆ ਨਿਹੰਗਾ, ਚੀਤ ਨ ਆਇਓ ਕਰਤਾ ਸੰਗਾ। ਆਪਣੇ ਆਪ ਵਿੱਚ ਭੈ ਤੋਂ ਰਹਿਤ ਹੋ ਕਰਕੇ ਨਿਹੰਗਾ ਕਹੀਏ ਨਿਧੜਕ ਦਲੇਰ ਹੋ ਰਿਹਾ। ਨਿਹੰਗਾ ਨੇ ਨਾਮ ਵਿਸ਼ੇਸ਼ ਕਰਕੇ, ਹੰਗਾ ਨਾਮ ਹੰਗਤਾ ਦੇ ਸਹਿਤ ਹੋ ਰਿਹਾ। ਜੋ ਕਰਤਾ ਕਰਨਹਾਰ ਪਰਮੇਸ਼ਰ ਸਾਰਿਆਂ ਦੇ ਸਾਥ ਹੈ, ਉਹ ਤੇਰੇ ਚੇਤੇ ਵੀ ਨਹੀਂ ਆਇਆ। ਲਸਕਰ ਜੋੜੇ ਕੀਆ ਸੰਬਾਹਾ, ਨਿਕਸਿਆ ਫੂਕ ਤਾ ਹੋਏ ਗਇਓ ਸੁਆਹਾ। ਚਾਰ ਪ੍ਰਕਾਰ ਦੀਆਂ ਲਸਕਰ ਫੌਜਾਂ ਨੂੰ ਜੋੜ ਕੇ ਸੰਬਾਹਾ ਕੀਏ ਇਕੱਤਰ ਕੀਤਾ ਹੋਇਆ ਹੈ। ਸੰਬਾਹਾ ਸੰਗ ਨਾਮ ਭਲੀ ਪ੍ਰਕਾਰ, ਬਾਹਾ ਨਾਮ ਅਸਵਾਰੀਆਂ ਤੇ ਅਸਵਾਰ ਹੋ ਕੇ ਫੌਜਾਂ ਨੂੰ ਇਕੱਤਰ ਕਰਦਾ ਹੈ। ਜਦੋਂ ਫੂਕ ਭਾਵ ਪਾਉਣ ਹਵਾ ਸਵਾਸ ਨਿਕਲ ਗਏ ਤਾਂ ਉਦੋਂ ਸੁਆਹਾ ਖਾਕ ਰੂਪ ਹੋ ਗਿਆ, ਅਰਥਾਤ ਮਿੱਟੀ ਵਿੱਚ ਹੀ ਮਿਲ ਜਾਵੇਗਾ। ਉੱਚੇ ਮੰਦਰ ਮਹਿਲ ਅਰ ਰਾਨੀ, ਹਸਤ ਘੋੜੇ ਜੋੜੇ ਮਨ ਭਾਨੀ। ਬਹੁਤ ਉੱਚੇ ਸੋਹਣੇ ਮੰਦਰ ਮਕਾਨ ਮਹਿਲ ਅਟਾਰੀਆਂ ਅਤੇ ਸੁੰਦਰ ਸੁੰਦਰ ਰਾਣੀਆਂ ਨਾਲ ਵਿਆਹ ਕਰਵਾ ਲਏ ਅਤੇ ਚਿੱਤ ਨੂੰ ਭਾਨੀ ਭਾਉਂਦੇ ਹੋਏ ਹਸਤ ਹਾਥੀ ਘੋੜੇ ਰੱਖ ਲਏ ਤੇ ਜੋੜੇ ਪੁਸ਼ਾਕੇ ਪਹਿਨ ਲਏ। ਵੱਡ ਪਰਿਵਾਰ ਪੂਤ ਅਰ ਧੀਆ, ਮੋਹ ਪਚੇ ਪਚ ਅੰਧਾ ਮੂਆ। ਪੂਤ ਕਹੀਏ ਪੁੱਤਰ, ਅਰ ਅਤੇ ਧੀਆ ਲੜਕੀਆਂ ਆਦਿ ਹੋਣ ਕਰਕੇ ਬਹੁਤ ਵੱਡੇ ਪਰਿਵਾਰ ਟੱਬਰ ਕੁਟੁੰਬ ਵਾਲਾ ਹੋ ਗਿਆ। ਫਿਰ ਇਸ ਪਰਿਵਾਰ ਦੇ ਮੋਹ ਵਿੱਚ ਦੁਖੀ ਹੋ ਕੇ ਸੜ ਕੇ ਅੰਧਾ ਅਗਿਆਨੀ ਜੀਵ ਅੰਤ ਨੂੰ ਮਰ ਜਾਂਦਾ ਹੈ। ਜਿਨਹਿ ਉਪਾਹਾ ਤਿਨਹਿ ਬਿਨਾਹਾ, ਰੰਗ ਰਸਾ ਜੈਸੇ ਸੁਪਨਾਹਾ। ਜਿਸ ਵਾਹਿਗੁਰੂ ਨੇ ਪੈਦਾ ਕੀਤਾ ਹੈ, ਉਸ ਨੇ ਅੰਤ ਸਮਾਂ ਜਾਣ ਕੇ ਬਿਨਾਹਾ ਨਾਸ਼ ਕਰਨਾ ਹੈ। ਸੰਸਾਰ ਵਿੱਚ ਆਨੰਦ ਰਸਾਂ ਨੂੰ, ਰੰਗਾਂ ਰਸਾਂ ਨੂੰ ਭੋਗਦਾ ਹੈ। ਉਹ ਤਾਂ ਇਸ ਪ੍ਰਕਾਰ ਜਿਸ ਪ੍ਰਕਾਰ ਸੁਪਨੇ ਦੇ ਪਦਾਰਥ ਮਿਥਿਆ ਹਨ। ਪਾਤਸ਼ਾਹ ਗੌੜੀ ਗੁਆਰੇਰੀ ਵਿੱਚ ਫਰਮਾਉਂਦੇ ਨਾ, ਜਿਉ ਸੁਪਨੈ ਹੋਏ ਬੈਸਤ ਰਾਜਾ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ। ਸੋਈ ਮੁਕਤਾ ਤਿਸ ਰਾਜ ਮਾਲ, ਨਾਨਕ ਦਾਸ ਜਿਸ ਖਸਮ ਦਇਆਲ। ਅਸਲ ਵਿੱਚ ਤਾਂ ਉਹੀ ਮੁਕਤ ਪੁਰਸ਼ ਹੈ। ਉਸੇ ਦੇ ਕੋਲ ਹੀ ਬ੍ਰਹਮ ਗਿਆਨ ਰੂਪੀ ਰਾਜ ਭਾਗ ਹੈ ਅਤੇ ਸਰਵਣ ਮੰਨਣ ਨਿਧਿਆਸਣ ਰੂਪੀ ਹਾਥੀ ਘੋੜੇ ਆਦਿ ਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਸੇਵਕ ਉੱਪਰ ਖਸਮ ਮਾਲਕ ਪਰਮੇਸ਼ਰ ਦਿਆਲੂ ਹੋਇਆ ਹੈ। ਆਸਾ ਮਹੱਲਾ ਪੰਜਵਾ। ਇਸ ਸ਼ਬਦ ਵਿੱਚ ਸਤਿਗੁਰੂ ਜੀ ਸੰਬੰਧੀਆਂ ਜਾਂ ਮਾਇਆ ਦੀ ਪ੍ਰੀਤੀ ਦਾ ਫਲ ਅਤੇ ਵਿਸ਼ਿਆਂ ਦੀ ਪ੍ਰਬਲਤਾ ਦਿਖਾਉਂਦੇ ਹੋਏ ਫਰਮਾਉਂਦੇ ਹਨ, ਇਨ ਸਿਉ ਪ੍ਰੀਤ ਕਰੀ ਕਨੇਰੀ, ਜੋ ਮਿਲੀਐ ਤਉ ਵਧੈ ਵਧੇਰੀ। ਜਿਨ੍ਹਾਂ ਨੇ ਇਨ ਕਹੀਏ ਇਸ ਮਾਇਆ ਜਾਂ ਸੰਬੰਧੀਆਂ ਦੇ ਨਾਲ ਬਹੁਤੀ ਪ੍ਰੀਤੀ ਕੀਤੀ ਹੈ, ਜਦੋਂ ਮਾਇਆ ਆਦਿ ਮਿਲ ਜਾਵੇ
ਤਦੋਂ ਇਸ ਦੀ ਤ੍ਰਿਸ਼ਨਾ ਹੋਰ ਵਧੇਰੀ ਜ਼ਿਆਦਾ ਵੱਧ ਜਾਂਦੀ ਆ। ਗਲ ਚੰਬੜੀ ਜੋ ਛੋੜੈ ਨਾਹੀ, ਲਾਗ ਛੁੱਟੋ ਸਤਿਗੁਰ ਕੀ ਪਾਈ। ਜਿਸ ਪ੍ਰਕਾਰ ਸਰੀਰ 'ਤੇ ਚਮੜੀ ਲੱਗੀ ਹੋਈ ਆ, ਇਉਂ ਇਹ ਮਾਇਆ ਕੰਠ ਵਿੱਚ ਚਿਮਟੀ ਹੋਈ ਛੱਡਦੀ ਨਹੀਂ ਆ। ਜੇਕਰ ਸੱਚੇ ਗੁਰਾਂ ਦੀ ਚਰਨੀ ਲੱਗੀਏ ਤਾਂ ਇਸ ਤੋਂ ਛੁਟਕਾਰਾ ਹੁੰਦਾ ਹੈ। ਜਗ ਮੋਹਨੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵੱਜੀ ਵਧਾਈ ਰਹਾਉ। ਜਗਤ ਨੂੰ, ਸੰਸਾਰ ਨੂੰ ਮੋਹ ਲੈਣ ਵਾਲੀ ਮੋਹਨੀ ਜੜ ਚੇਤਨ ਮਾਇਆ ਦੀ ਪ੍ਰੀਤੀ ਅਸਾਂ ਨੇ ਛੱਡ ਕਰਕੇ ਗਵਾ ਦਿੱਤੀ ਹੈ। ਨਿਰਾਕਾਰ ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ਰ ਮਿਲ ਪਿਆ ਹੈ, ਜਿਸ ਕਰਕੇ ਆਨੰਦ ਦੀ ਵਧਾਈ ਕਹੀਏ, ਖੁਸ਼ੀ ਵੱਜੀ ਹੁੰਦਾ ਪ੍ਰਗਟ ਹੋਈ ਆ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਐਸੀ ਸੁੰਦਰ ਮਨ ਕੋ ਮੋਹ ਹੈ, ਬਾਟ ਘਾਟ ਗ੍ਰਹਿ ਬਨ ਬਨ ਜੋ ਹੈ। ਇਹ ਮਾਇਆ ਐਸੀ ਕਹੀਏ ਅਜਿਹੀ ਸੁੰਦਰ ਸੋਹਣੀ ਹੈ ਜੋ ਮਨ ਚਿੱਤ ਨੂੰ ਮੋਹਿਤ ਕਰ ਲੈਂਦੀ ਹੈ। ਬਾਟ ਰਸਤਿਆਂ ਵਿੱਚ ਰਹਿਣ ਵਾਲੇ, ਘਾਟ ਦਰਿਆਵਾਂ ਦੇ ਕਿਨਾਰਿਆਂ 'ਤੇ ਰਹਿਣ ਵਾਲੇ, ਗ੍ਰਹਿ ਘਰਾਂ ਵਿੱਚ ਰਹਿਣ ਵਾਲੇ ਗ੍ਰਸਤੀਆਂ ਨੂੰ ਅਤੇ ਬਨ ਜੰਗਲਾਂ ਵਿੱਚ ਰਹਿਣ ਵਾਲਿਆਂ ਰਿਸ਼ੀਆਂ ਮੁਨੀਆਂ ਨੂੰ ਵੀ ਦੇਖ ਕੇ ਵਸ ਵਿੱਚ ਕਰਦੀ ਹੈ। ਜਿਸ ਪ੍ਰਕਾਰ ਰਸਤੇ ਵਿੱਚ ਰਹਿਣ ਵਾਲਾ ਜੈਮਨੀ ਮੁਨੀ ਜੋ ਕਹਿੰਦਾ ਸੀ ਕਿ ਗਿਆਨਵਾਨ ਨੂੰ ਮਾਇਆ ਮੋਹ ਨਹੀਂ ਸਕਦੀ, ਜਦੋਂ ਪਰਖਣ ਵਾਸਤੇ ਬਿਆਸ ਰਿਸ਼ੀ ਇਸਤਰੀ ਦਾ ਰੂਪ ਧਾਰ ਕੇ ਉਸ ਦੇ ਆਸ਼ਰਮ ਵਿੱਚ ਪਹੁੰਚਿਆ ਤਾਂ ਉਸਨੇ ਕਾਮ ਦੀ ਵਾਸ਼ਨਾ ਪੈਦਾ ਹੋਣ ਕਰਕੇ ਰਾਤ ਨੂੰ ਆਪਣੇ ਮੱਠ ਦੀ ਛੱਤ ਪਾੜ ਕੇ ਉਸ ਕੋਲ ਪਹੁੰਚਿਆ। ਤਾਂ ਫਿਰ ਇਸਤਰੀ ਬਣੇ ਬਿਆਸ ਨੇ ਆਪਣਾ ਅਸਲੀ ਰੂਪ ਬਣਾ ਲਿਆ ਅਤੇ ਕਿਹਾ ਕਿ ਹੇ ਰਿਸ਼ੀ, ਤੂੰ ਕਹਿੰਦਾ ਸੀ ਕਿ ਗਿਆਨਵਾਨ ਨੂੰ ਮਾਇਆ ਮੋਹ ਨਹੀਂ ਸਕਦੀ, ਫਿਰ ਤੇਰਾ ਇਹ ਕੀ ਹਾਲ ਹੋਇਆ ਹੈ। ਤਦ ਉਹ ਸ਼ਰਮਿੰਦਾ ਹੋ ਗਿਆ। ਘਾਟ 'ਤੇ ਰਹਿਣ ਵਾਲੇ ਪਰਾਸ਼ਰ ਰਿਸ਼ੀ ਨੇ ਯੋਜਨ ਗੰਧਾਰੀ ਨਾਲ ਸੰਬੰਧ ਕਰਨ ਵਾਸਤੇ ਧੁੰਦ ਹੀ ਪਾ ਲਈ ਸੀ ਅਤੇ ਜਿਸ ਤੋਂ ਬਿਆਸ ਰਿਸ਼ੀ ਪੈਦਾ ਕੀਤਾ, ਘਰਾਂ ਵਿੱਚ ਰਹਿਣ ਵਾਲੇ ਗ੍ਰਸਤੀਆਂ ਨੂੰ ਵੀ ਨਹੀਂ ਛੱਡਦੀ। ਜੰਗਲ ਵਿੱਚ ਰਹਿਣ ਵਾਲਾ ਸਿੰਘੀ ਰਿਖੀ ਜਾਂ ਸੌਰਭ ਰਿਖੀ ਆਦਿ, ਇਹ ਸਾਰੇ ਇਸ ਮਾਇਆ ਨੇ ਮੋਹੇ ਹੋਏ ਆ। ਇੰਦਰੀਆਂ ਰੂਪੀ ਬਾਟ ਰਸਤਿਆਂ ਵਿੱਚ ਲੱਗੇ ਹੋਇਆਂ ਨੂੰ ਵੀ ਨਹੀਂ ਛੱਡਦੀ। ਅੰਤਸ਼ਕਰਨ ਰੂਪੀ ਘਾਟ ਵਿੱਚ ਸੰਸਕਾਰ ਰੂਪ ਹੋ ਕੇ ਚਿੰਬੜੀ ਹੋਈ ਆ ਅਤੇ ਗ੍ਰਹਿ ਘਰ ਦੀ ਨਿਆਈ ਸਰੀਰਾਂ ਵਿੱਚ ਵੀ ਚਿੰਬੜੀ ਹੋਈ ਆ। ਸੰਸਾਰ ਰੂਪੀ ਜੰਗਲ ਵਿੱਚ ਵੀ ਸਾਰੀਆਂ ਥਾਵਾਂ 'ਤੇ ਦੇਖ ਰਹੀ ਆ। ਮਨ ਤਨ ਲਾਗੈ ਹੋਏ ਕੈ ਮੀਠੀ, ਗੁਰ ਪ੍ਰਸਾਦ ਮੈਂ ਖੋਟੀ ਡੀਠੀ। ਇਹ ਮਾਇਆ ਸਭਨਾਂ ਦੇ ਚਿੱਤ ਅਤੇ ਤਨ ਸਰੀਰ ਵਿੱਚ ਮਿੱਠੀ ਪਿਆਰੀ ਹੋ ਕਰਕੇ ਲੱਗ ਰਹੀ ਆ, ਪਰੰਤੂ ਸਤਿਗੁਰਾਂ ਦੀ ਕਿਰਪਾ ਕਰਕੇ ਅਸੀਂ ਇਹ ਮਾਇਆ ਖੋਟ ਵਾਲੀ ਦੋਸ਼ ਸਹਿਤ ਦੇਖੀ ਹੈ। ਅਗਰਕ ਉਸਕੇ ਵੱਡੇ ਠਗਾਊ, ਛੋੜਹਿ ਨਾਹੀ ਬਾਪ ਨ ਮਾਊ। ਉਸ ਮਾਇਆ ਦੇ ਅਗਰਕ ਮਸਾਹਿਬ ਲੋਕ ਭਾਵ ਕਾਮ ਕ੍ਰੋਧ ਆਦਿ ਬਹੁਤ ਵੱਡੇ ਠੱਗ ਹਨ, ਜੋ ਜੀਵਾਂ ਨੂੰ ਵੱਡਾ ਧੋਖਾ ਦਿੰਦੇ ਹਨ, ਜੋ ਨਾ ਮਾਂ ਬਾਪ ਪਿਤਾ ਨੂੰ ਛੱਡਦੇ ਆ ਅਤੇ ਨਾ ਹੀ ਮਾਊ ਮਾਂ ਨੂੰ ਛੱਡਦੇ ਹਨ। ਕਿਉਂਕਿ ਮਾਂ ਬਾਪ ਦੀ ਸ਼ਰਨ ਵਿੱਚ ਪਿਆ ਜਾਂ ਮਨ ਰੂਪੀ ਬਾਪ ਅਤੇ ਬੁੱਧ ਰੂਪੀ ਮਾਂ ਨੂੰ ਵੀ ਨਹੀਂ ਛੱਡਦੇ। ਮੇਲੀ ਆਪਣੇ ਓਨਲੇ ਬਾਂਧੇ, ਗੁਰ ਕਿਰਪਾ ਤੇ ਮੈਂ ਸਗਲੇ ਸਾਧੇ। ਉਸ ਮਾਇਆ ਦੇ ਮਿਲਾਪੀ ਸਾਥੀ ਕਾਮ ਕ੍ਰੋਧ ਆਦਿ ਨੇ ਜੀਵਾਂ ਨੂੰ ਆਪ ਦੇ ਵਸ ਵਿੱਚ ਲੈ ਕੇ ਬੰਨ੍ਹ ਲਿਆ ਹੈ, ਪਰੰਤੂ ਗੁਰਾਂ ਦੀ ਕਿਰਪਾ ਮਿਹਰ ਤੋਂ ਮੈਂ ਸਾਰੇ ਹੀ ਕਾਮ ਆਦਿਕ ਸਾਧੇ ਸਾਧ ਲਏ, ਜਿੱਤ ਲਏ ਹਨ। ਅਬ ਮੂਰੈ ਮਨ ਭਇਆ ਆਨੰਦ, ਪਉ ਚੂਕਾ ਟੂਟੇ ਸਭ ਫੰਦ। ਅਬ ਕਹੀਏ ਹੁਣ ਸਾਡੇ ਮਨ ਹਿਰਦੇ ਵਿੱਚ ਆਨੰਦ ਪ੍ਰਾਪਤ ਹੋਇਆ ਹੈ, 7 ਪ੍ਰਕਾਰ ਦਾ ਭੈ ਵੀ ਚੁੱਕਿਆ ਗਿਆ ਅਤੇ ਜੰਮਣ ਮਰਨ ਆਦਿ ਦੇ ਸਾਰੇ ਫੰਦ ਹੁੰਦਾ ਫਾਹੇ ਵੀ ਟੁੱਟ ਗਏ ਹਨ। ਕਹੋ ਨਾਨਕ ਜਾ ਸਤਿਗੁਰ ਪਾਇਆ, ਘਰ ਸਗਲਾ ਮੈਂ ਸੁਖੀ ਬਸਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਅਸੀਂ ਸੱਚੇ ਗੁਰੂ ਨਾਨਕ ਦੇਵ ਮਹਾਰਾਜ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪ੍ਰਾਪਤ ਕੀਤਾ, ਤਦੋਂ ਮੈਂ ਸਰੀਰ ਜਾਂ ਅੰਤਸ਼ਕਰਨ ਰੂਪੀ ਘਰ ਆਦਿ ਸਾਰਾ ਸਤ ਸੰਤੋਖ ਆਦਿ ਗੁਣਾ ਕਰਕੇ
ਸੁੱਖਾਂ ਦੇ ਸਹਿਤ ਵਸਾਉਣਾ ਕੀਤਾ ਹੈ। ਆਸਾ ਮਹੱਲਾ ਪੰਜਵਾ। ਸਤਿਗੁਰੂ ਪਾਤਸ਼ਾਹ ਜੀ ਨੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਜੋ ਸਾਸ ਗਿਰਾਸ਼ ਪਰਮੇਸ਼ਰ ਦਾ ਨਾਮ ਜਪਣ ਵਾਲੇ ਸੰਤ ਜਨ ਹਨ, ਉਹਨਾਂ ਦੀ ਰਹਿਣੀ ਕੀ ਹੈ? ਤਦ ਉੱਤਰ ਵਿੱਚ ਗੁਰੂ ਜੀ ਫਰਮਾਉਂਦੇ ਹਨ, ਸੋ ਅਰਥ ਜੋ ਆਰੰਭ ਕਰਨਾ ਰਹਾਉ ਵਾਲੀ ਤੁਕ ਤੋਂ ਆਰੰਭ ਕਰਨਾ ਹੈ। ਸੰਤ ਰਹਿਤ ਸੁਨੋ ਮੇਰੇ ਭਾਈ, ਉਆ ਕੀ ਮਹਿਮਾ ਕਥਨ ਨ ਜਾਈ ਰਹਾਉ। ਹੇ ਮੇਰੇ ਸਾਡੇ ਭਰਾਵੋ ਗੁਰਸਿੱਖੋ, ਸ਼ਾਂਤ ਚਿੱਤ ਮਹਾਂਪੁਰਖਾਂ ਦੀ ਰਹਿਣੀ ਸੁਣਨਾ ਕਰੋ। ਉਹਨਾਂ ਪਿਆਰਿਆਂ ਦੀ ਮਹਿਮਾ ਵਡਿਆਈ ਰਸਨਾ ਕਰਕੇ ਕਥਨ ਵਖਿਆਣ ਨਹੀਂ ਕੀਤੀ ਜਾਂਦੀ। ਰਹਾਉ। ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਹੁਣ ਸ਼ਬਦ ਆਰੰਭ ਤੋਂ ਅਰਥ ਆਪਾਂ ਕਰ ਰਹੇ ਹਾਂ। ਸੰਤ ਜਨ ਆਠ ਪਹਿਰ, ਅੱਠੇ ਪਹਿਰ ਭਾਵ ਹਰ ਵਕਤ ਉਸ ਪਰਮੇਸ਼ਰ ਨੂੰ ਨੇੜੇ ਕਰਕੇ ਅੰਗ ਸੰਗ ਜਾਣਦੇ ਹਨ। ਉਹ ਪ੍ਰਭੂ ਪਰਮੇਸ਼ਰ ਦਾ ਕੀਤਾ ਹੋਇਆ ਹੁਕਮ ਮਿੱਠਾ ਪਿਆਰਾ ਕਰਕੇ ਮੰਨਦੇ ਹਨ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਸੰਤ ਜਨਾਂ ਨੂੰ ਕੇਵਲ ਪਰਮੇਸ਼ਰ ਦੇ ਇੱਕ ਨਾਮ ਦਾ ਹੀ ਆਧਾਰ ਆਸਰਾ ਹੁੰਦਾ ਹੈ। ਸੰਤ ਜਨ ਸਾਰਿਆਂ ਦੇ ਪਗ ਚਰਨਾਂ ਦੀ ਛਾਰ ਧੂੜੀ ਹੋ ਕਰਕੇ ਭਾਵ ਅਤੀ ਨਿਮਰਤਾ ਵਿੱਚ ਰਹਿੰਦੇ ਹਨ। ਸੰਤ ਰਹਿਤ ਸੁਨੋ ਮੇਰੇ ਭਾਈ, ਉਆ ਕੀ ਮਹਿਮਾ ਕਥਨ ਨ ਜਾਈ ਰਹਾਉ। ਸੋ ਇਸ ਰਹਾਉ ਦੀ ਪੰਕਤੀ ਦੇ ਅਸੀਂ ਅਰਥ ਪਿੱਛੇ ਕਰ ਰਹੇ ਹਾਂ, ਫਿਰ ਵੀ ਆਪ ਜੀ ਨਾਲ ਸਾਂਝ ਪਾਉਂਦੇ ਹਾਂ। ਮੇਰੇ ਭਾਈ ਭਰਾਵੋ ਗੁਰਸਿੱਖੋ, ਸ਼ਾਂਤ ਚਿੱਤ ਮਹਾਂਪੁਰਖਾਂ ਦੀ ਰਹਿਣੀ ਸੁਣਨਾ ਕਰੋ। ਉਹਨਾਂ ਪਿਆਰਿਆਂ ਦੀ ਮਹਿਮਾ ਵਡਿਆਈ ਰਸਨਾ ਕਰਕੇ ਕਥਨ ਵਖਿਆਣ ਨਹੀਂ ਕੀਤੀ ਜਾਂਦੀ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਵਰਤਣ ਜਾ ਕੈ ਕੇਵਲ ਨਾਮ, ਆਨੰਦ ਰੂਪ ਕੀਰਤਨ ਬਿਸਰਾਮ। ਜਿਨ੍ਹਾਂ ਸੰਤ ਜਨਾਂ ਦੇ ਵਰਤਾਵਾ ਕਰਨ ਲਈ ਕੇਵਲ ਸਿਰਫ ਪਰਮੇਸ਼ਰ ਦਾ ਨਾਮ ਹੀ ਹੈ, ਉਹ ਆਨੰਦ ਸਰੂਪ ਪਰਮੇਸ਼ਰ ਦਾ ਕੀਰਤਨ ਜਸ ਕਰਕੇ ਚਿੱਤ ਵਿੱਚ ਬਿਸਰਾਮ ਸਥਿਤੀ ਪਾਉਂਦੇ ਹਨ। ਮਿੱਤਰ ਸਤਰ ਜਾ ਕੈ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨ ਜਾਣੈ। ਜਿਨ੍ਹਾਂ ਸੰਤ ਜਨਾਂ ਦੇ ਤਾਈਂ ਮਿੱਤਰ ਸੱਜਣ ਅਤੇ ਸਤਰ ਵੈਰੀ ਇੱਕ ਸਮਾਨ ਹੀ ਹੈ, ਉਹ ਸੰਤ ਜਨ ਆਪਣੇ ਪ੍ਰਭੂ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਨੂੰ ਸਮਰੱਥ ਨਹੀਂ ਜਾਣਦੇ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਸੰਤ ਮਹਾਤਮਾ ਕੋਟ ਕਰੋੜਾਂ ਪਾਪਾਂ ਨੂੰ ਕੱਟਣ ਵਾਲੇ ਹਨ, ਜੰਮਣ ਮਰਨ ਦੇ ਦੁੱਖ ਕਸ਼ਟਾਂ ਨੂੰ ਪਰੇ ਕਰਨ ਵਾਲੇ ਹਨ ਅਤੇ ਜੀਵਨ ਮੁਕਤੀ ਦੇ ਦਾਤਾਰਾ ਦਾਤੇ ਹਨ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ। ਕਾਮ ਆਦਿਕ ਦੁਸ਼ਮਣਾਂ ਨੂੰ ਜਿੱਤਣ ਕਰਕੇ ਸੂਰਬੀਰ ਸੂਰਮਿਆਂ ਤੋਂ ਸੂਰਮੇ ਹਨ ਅਤੇ ਬਚਨਾਂ ਦੇ ਵੀ ਬਲੀ ਬਲ ਵਾਲੇ ਹਨ। ਜੋ ਬਚਨ ਕਰਦੇ ਹਨ ਉਹ ਪੂਰਾ ਹੋ ਜਾਂਦਾ ਹੈ। ਮਨ ਨੂੰ ਰੋਕਣ ਕਰਕੇ ਸੂਰਮੇ ਹਨ, ਇੰਦਰੀਆਂ ਨੂੰ ਵਸ ਵਿੱਚ ਰੱਖਣ ਕਰਕੇ ਬੀਰ ਹਨ, ਬਾਣੀ ਨੂੰ ਜਿੱਤਣ ਕਰਕੇ ਬਲੀ ਹਨ। ਬਪਰੀ ਕੀਏ ਵਿਚਾਰੀ ਤੁਸ਼ ਕੌਲਾ ਮਾਇਆ। ਸੰਤਾਂ ਨੇ ਜਨਾਂ ਨੇ ਛਲੀ ਛਲਨਾ ਕੀਤੀ ਹੈ, ਕਿਉਂਕਿ ਪਿੱਛੇ ਲਾਗ ਚੱਲੀ ਉਠ ਕੌਲਾ। ਤਾਕਾ ਸੰਗ ਬਾਛੈ ਸੁਰਦੇਵ, ਅਮੋਗ ਦਰਸ ਸਫਲ ਜਾ ਕੀ ਸੇਵ। ਉਹਨਾਂ ਸੰਤ ਜਨਾਂ ਨੇ, ਉਹਨਾਂ ਸਾਧੂ ਮਹਾਤਮਾ ਜਨਾਂ ਨੇ, ਉਹਨਾਂ ਦਾ ਸੰਗ ਸਾਥ ਸੁਰਦੇਵ ਦੇਵਤਿਆਂ ਦਾ ਰਾਜਾ ਇੰਦਰ ਵੀ ਬਾਦਸ਼ਾਹ ਚਾਹੁੰਦਾ ਹੈ। ਜਿਨ੍ਹਾਂ ਸੰਤ ਜਨਾਂ ਦਾ ਦਰਸ਼ਨ ਅਮੋਗ ਹੁੰਦਾ, ਖਾਲੀ ਨਹੀਂ ਭਾਵ ਸਫਲਾ ਹੈ, ਅਤੇ ਜਿਨ੍ਹਾਂ ਦੀ ਸੇਵ ਟਹਿਲ ਕੀਤੀ ਵੀ ਸਫਲ ਸਹਿਤ ਗਿਆਨ ਫਲ ਦੇ ਦੇਣ ਵਾਲੀ ਹੈ। ਕਰ ਜੋੜ ਨਾਨਕ ਕਰੇ ਅਰਦਾਸ, ਮੋਹ ਸੰਤ ਹੈ ਟਹਿਲ ਦੀਜੈ ਗੁਣਤਾਸ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਹੱਥ ਜੋੜ ਕੇ, ਮਨ ਬੁੱਧ ਰੂਪੀ ਹੱਥ ਜੋੜ ਕੇ ਇਹੋ ਅਰਦਾਸ ਬੇਨਤੀ ਕਰਦੇ ਹਾਂ ਕਿ ਹੇ ਗੁਣਾਂ ਦੇ ਤਾਸ ਖਜ਼ਾਨੇ ਪਰਮੇਸ਼ਰ, ਮੈਨੂੰ ਅਜਿਹੇ ਸੰਤ ਜਨਾਂ ਦੀ ਟਹਿਲ ਸੇਵਾ ਦੇਣਾ ਕਰੋ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।